मेरे वालों सब भैन भाइयों ਨੂੰ ਸਲਾਮ ਹੋਵੇ, ਜਾਤਕਾਂ ਬਜ਼ੁਰਗਾਂ ਤੇ ਮਾਈਆਂ ਨੂੰ ਸਲਾਮ ਹੋਵੇ। ਅੱਜ ਦੀ ਗੱਲ ਦੇ ਨਾਲ ਨਾਸਰ ਜਮੀਲ ਹਾਜ਼ਰ ਖਿਦਮਤ ਹੈ। और ਅੱਜ ਦੀ ਗੱਲ ਜਿਹੜੀ ਹੈ ਉਹ ਬਹੁਤ ਜ਼ਿਆਦਾ ਅਹਿਮੀਅਤ ਦੀ ਹਾਮਲ ਇਸ ਕਰਕੇ ਵੀ ਹੈ, ਉਹ ਇਸ ਕਰਕੇ ਜ਼ਿਆਦਾ ਉਚੇਚੀ ਗੱਲ ਹੈ, ਉਹ ਇਸ ਕਰਕੇ ਜ਼ਿਆਦਾ ਪੱਕੀ ਗੱਲ ਹੈ ਬਈ ਉਹਨੂੰ ਕਰਨ ਵਾਸਤੇ ਇੱਕ ਸਾਡੇ ਕੋਲ ਇੱਕ ਐਸਾ ਫੋਰਮ ਮੌਜੂਦ ਹੈ, ਇੱਕ ਐਸਾ ਪਲੇਟਫਾਰਮ ਮੌਜੂਦ ਹੈ ਔਰ ਉਹਦੇ ਰਿਪਰੈਜ਼ੈਂਟੇਟਿਵ ਉਹਦੇ ਨੁਮਾਇੰਦੇ ਉਹਦੇ ਮੌਜੂਦ ਹਨ ਜਿਨ੍ਹਾਂ ਨੇ ਇਹ ਬੀੜਾ ਚੁੱਕਿਆ ਹੋਇਆ ਹੈ, ਜਿਨ੍ਹਾਂ ਨੇ ਇਹ ਸੋਚ ਲਿਆ ਹੈ ਬਈ ਇਸ ਜਿਹੜਾ ਸਾਡੀ ਕੌਮ ਹੈ ਜਿਹੜੀ ਬਿਲਕੁਲ ਪਿਛੋਕੜ ਹੋ ਗਈ ਹੈ, ਜਿਹੜੀ ਪਿੱਛੇ ਰਹਿ ਗਈ ਹੈ, ਇਹਦੀ ਅੱਗੇ ਵਧਣ ਦੀ ਦਵਾਈ ਕੀ ਹੈ। ਕਿਉਂ ਜਦੋਂ ਬਿਮਾਰੀ ਦੀ ਤਸ਼ਖੀਸ ਹੋ ਜਾਏ ਤਾਂ ਉਹਦਾ ਇਲਾਜ ਲੱਭਣਾ ਸੌਖਾ ਹੋ ਜਾਂਦਾ ਹੈ, ਤੇ ਜੇ ਇਲਾਜ ਲੱਭ ਜਾਏ ਤੇ ਇਲਾਜ ਕਰਨ ਵਾਲੇ ਜਿਹੜੇ ਨੇ ਉਹ ਮਾਹਿਰ ਹੋਣ ਤੇ ਇਹ ਆਸਾਨੀ ਹੋ ਜਾਂਦੀ ਹੈ ਕਿ ਮਰੀਜ਼ ਜਿਹੜਾ ਹੈ ਉਹ ਨਾ ਸਿਰਫ ਬਚ ਜਾਏਗਾ ਪਰ ਇਸ ਕਾਬਲ ਵੀ ਹੋ ਜਾਏਗਾ ਕਿ ਜਿਹੜੇ ਉਹਦੇ ਵਰਗੇ ਦੂਜੇ ਨੂੰ ਉਹਨਾਂ ਨੂੰ ਵੀ ਲੱਭ ਲਵੇ ਤੇ ਉਹਨਾਂ ਦਾ ਵੀ ਇਲਾਜ ਹੋਣ ਵਾਸਤੇ ਉੱਥੇ ਉਹਨਾਂ ਨੂੰ ਲੈ ਆਵੇ। ਮੇਰੀ ਮੁਰਾਦ ਜਿਹੜੀ ਹੈ ਪਾਕਿਸਤਾਨ ਕ੍ਰਿਸਚੀਅਨਸ ਕੰਸਰਨ ਇੰਟਰਨੈਸ਼ਨਲ ਦੇ ਨਾਲ ਹੈ, PCCI ਦੇ ਨਾਲ ਹੈ। ਇਹ ਇੱਕ ਐਸੀ ਤਨਜ਼ੀਮ ਹੈ, ਇੱਕ ਐਸਾ ਜੀਆਂ ਦਾ ਇਕੱਠ ਹੈ, ਇਹ ਇੱਕ ਐਸੀ ਬੈਠਕ ਹੈ ਜਿਨ੍ਹਾਂ ਦਾ ख्वाब ਇਹ ਹੈ ਬਈ ਇਹ ਕੌਮ ਜਿਹੜੀ ਹੈ ਇਹ ਦੁਬਾਰਾ ਆਪਣੇ ਪੈਰਾਂ ਤੇ ਖੜੀ ਹੋਵੇ ਔਰ ਇਹਦੀ ਪਹਿਚਾਨ ਜਿਹੜੀ ਹੈ ਉਹ ਇੱਜ਼ਤ ਦੇ ਹਵਾਲੇ ਨਾਲ ਹੋਵੇ, ਨਾ ਕਿ ਇਹਦੀ ਪਹਿਚਾਨ ਜਿਹੜੀ ਹੈ ਉਹ ਇੱਕ ਪਿੱਛੇ ਹੋਏ ਤਬਕੇ ਦੇ ਜਾਂ ਇੱਕ ਸਮਝ ਲਓ ਵੀ ਸਿਆਸੀ ਜਾਂ ਤਾਲੀਮੀ ਜਾਂ ਤਿੱਬੀ ਹਵਾਲੇ ਨਾਲ ਜਿਹੜਾ ਹੈ ਇੱਕ ਭਿਖਾਰੀ ਦੀ ਹੋਵੇ। ਸੋ ਦੁਬਾਰਾ ਆਪਣੇ ਹੀ ਲੋਕਾਂ ਨੂੰ ਚੁੱਕਣ ਵਾਸਤੇ ਇਹਨਾਂ ਨੇ ਇਹ ਬੀੜਾ ਜਿਹੜਾ ਚੁੱਕਿਆ ਹੈ। ਇਹ ਕਿਉਂ ਇਹਨਾਂ ਨੂੰ ਇਹ ਸਾਰਾ ਕੁਝ ਕਰਦੇ ਪਏ ਨੇ ਔਰ ਇਹ ਕਿਸ ਤਰ੍ਹਾਂ ਕਰਦੇ ਪਏ ਨੇ, ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਅੱਜ ਗੱਲਬਾਤ ਕਰਨ ਵਾਸਤੇ ਇੱਥੇ ਮੌਜੂਦ ਨੇ ਕੈਸਰ ਸਰੋਇਆ ਸਾਹਿਬ। ਤੁਸੀਂ MPA ਹੋ ਸਾਬਕਾ ਪੰਜਾਬ ਅਸੈਂਬਲੀ ਤੋਂ ਔਰ ਵਾਈਸ ਚੇਅਰਮੈਨ ਹੋ PCCI। ਔਰ ਇਹਦੇ ਬਾਅਦ ਸਾਡੇ ਨਾਲ ਸਲੀਮ ਮੁਸ਼ਤਾਕ ਸਾਹਿਬ ਨੇ, ਤੁਸੀਂ ਡਿਵੀਜ਼ਨਲ ਹੈੱਡ ਹੋ ਸਾਹੀਵਾਲ ਦੇ। ਔਰ ਸਾਡੇ ਨਾਲ ਮੇਜਰ ਮਕਬੂਲ ਆਸ਼ਿਕ ਸਾਹਿਬ ਨੇ, ਤੁਸੀਂ ਆਰਮੀ ਤੋਂ ਰਿਟਾਇਰਡ ਹੋ ਔਰ ਲਾਹੌਰ ਦੇ ਨੁਮਾਇੰਦੇ ਹੋ PCCI ਦੇ। ਸੋ ਅੱਜ ਅਸੀਂ ਇਹਨਾਂ ਨਾਲ ਉਚੇਚੇ ਪ੍ਰਾਹੁਣਿਆਂ ਨਾਲ ਗੱਲਬਾਤ ਕਰਾਂਗੇ ਔਰ ਇਹਨਾਂ ਕੋਲ ਪੁੱਛਾਂਗੇ ਬਈ ਤੁਸੀਂ PCCI 'ਚ ਕੀ ਹੋ, ਤੁਸੀਂ PCCI 'ਚ ਕਿਉਂ ਹੋ ਔਰ PCCI ਹੀ ਆਪਣੇ ਆਪ 'ਚ ਕਿਉਂ ਹੈ। ਤੁਹਾਨੂੰ ਸਾਰੀਆਂ ਮੌਜੂਦ ਹਸਤੀਆਂ ਨੂੰ ਮੇਰੇ ਪ੍ਰੋਗਰਾਮ ਅੱਜ ਦੀ ਗੱਲ ਦੇ ਵਿੱਚ ਜੀ ਆਇਆਂ ਔਰ ਬਹੁਤ ਮਿਹਰਬਾਨੀ ਤੁਸੀਂ ਕੀਤੀ ਕਿ ਤੁਸੀਂ ਨੈਸ਼ਨਲ ਨਿਊਜ਼ ਨੂੰ ਮੌਕਾ ਦਿੱਤਾ ਔਰ ਵਕਤ ਦਿੱਤਾ, ਆਪਣਾ ਕੀਮਤੀ ਵਕਤ ਦਿੱਤਾ ਹੈ। ਮੈਂ ਪੁੱਛਣਾ ਚਾਹਾਂਗਾ ਪਹਿਲਾ ਸਵਾਲ ਕੈਸਰ ਸਾਹਿਬ ਤੁਹਾਡੇ ਕੋਲੋਂ ਕਿ ਤੁਸੀਂ ਸਾਬਕਾ MPA ਵੀ ਹੋ ਸਾਡੇ ਔਰ ਇਹ ਜਿਹੜਾ PCCI ਹੈ ਯਾਨੀ ਪਾਕਿਸਤਾਨੀ ਕ੍ਰਿਸਚੀਅਨ ਕੰਸਰਨ ਜਿਹੜਾ ਹੈ ਇਹ ਕੀ ਹੈ ਔਰ ਕਿਉਂ ਹੈ। ਥੈਂਕ ਯੂ ਜੀ। ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ। ਤੁਹਾਡੇ ਵਰਗੇ ਲੋਕੀ ਜਦੋਂ ਇਸ ਮੀਡੀਆ ਸੈਟਅਪ ਨੂੰ ਸੰਭਾਲਦੇ ਨੇ ਔਰ ਇਸ ਲੈਵਲ ਤੇ ਆ ਕੇ ਲੋਕਾਂ ਦੇ ਨਾਲ ਸਵਾਲ ਜਵਾਬ ਕਰਦੇ ਨੇ ਤੇ ਉਹ ਲੋਕਾਂ ਨੂੰ ਜਾਣਨ ਦਾ ਜ਼ਿਆਦਾ ਮੌਕਾ ਮਿਲਦਾ ਹੈ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡਾ ਸਭ ਤੋਂ ਪਹਿਲਾਂ। ਉਹਦੇ ਬਾਅਦ ਮੈਂ ਦੱਸਣਾ ਚਾਹੁੰਦਾ ਕਿ PCCI यानी पाकिस्तानी क्रिश्चियन कंसर्न इंटरनेशनल ये एक्चुअली एक ऐसी जमात है, ऐसी ऑर्गेनाइजेशन है, ऐसा अज़म है, ऐसा इरादा है, ऐसा ख्याल है जो सिर्फ पाकिस्तानी क्रिश्चियंस के उत्ते उदा फोकस है। यानी नंबर 1 तो लैके नंबर 10 20 30 तक जिन्नी भी प्रॉब्लम्स क्रिश्चियंस को पाकिस्तानी क्रिश्चियन फेस कर रहे हैं PCCI ने अहद किया उन्होंने सारिਆਂ ਨੂੰ फोकस करेगी और अपनी मसीही कौम ਨੂੰ इस दलदल चों इन प्रॉब्लम्स ਵਿੱਚੋਂ ਕੱਢੇਗੀ। ਉਹਦੇ ਲਈ ਸਾਡੇ ਕੋਲ ਸਾਡੇ ਜਿਹੜੇ ਬਾਹਰ ਦੇ ਕੋਈ ਬਹੁਤ ਸਾਰੇ ਲੋਕ ਬਾਹਰ ਦੇ ਮੁਲਕਾਂ ਦੇ ਰਹਿਣ ਜਿਹੜੇ ਪਾਕਿਸਤਾਨੀ ਨੇ ਔਰ ਅਕਸਰ ਲੋਕਾਂ ਕਹਿੰਦੇ ਨੇ ਕਿ ਜਿਹੜੇ ਪਾਕਿਸਤਾਨੀ ਲੋਕੀ ਬਾਹਰ ਚਲੇ ਜਾਂਦੇ ਨੇ ਉਹ ਤਾਂ ਸ਼ਾਇਦ ਆਪਣੇ ਖਾਨਦਾਨ ਨੂੰ ਹੀ ਨਹੀਂ ਪੁੱਛਦੇ ਜੀ। ਲੇਕਿਨ ਅਸੀਂ ਮਤਲਬ ਖੁਸ਼ ਹਾਂ ਇਸ ਗੱਲ ਲਈ ਕਿ ਇਹ ਉਹ ਪਾਕਿਸਤਾਨੀ ਨੇ ਜਿਹੜੇ ਆਪਣੀ ਕੌਮ ਲਈ ਕੁਛ ਕਰਨਾ ਚਾਹੁੰਦੇ ਨੇ, ਆਪਣੀ ਤਨਖਾਹਾਂ ਚੋਂ ਆਪਣੀ ਸੇਵਿੰਗਸ ਦੇ ਵਿੱਚੋਂ ਕੱਢ ਕੇ ਲੋਕਾਂ ਨੂੰ ਪ੍ਰਮੋਟ ਕਰਨਾ ਚਾਹੁੰਦੇ ਨੇ। ਔਰ PCCI ਦੇ ਕੋਲ ਇੱਕ ਵਿਜ਼ਨ ਹੈ, ਵਿਜ਼ਨ ਕਲੀਅਰ ਕੱਟ ਹੈ ਕਿ ਉਹ ਚਾਹੁੰਦੇ ਨੇ PCCI ਇਹ ਚਾਹ ਰਹੀ ਹੈ ਕਿ ਲੋਕਾਂ ਨੂੰ ਉਹਨਾਂ ਦਾ ਹੱਕ ਦਿੱਤਾ ਜਾਏ, ਉਹਨਾਂ ਦੇ ਹਕੂਕ ਜਿਹੜੇ ਆਇਨ 'ਚ ਲਿਖੇ ਨੇ ਉਹ ਦਿੱਤੇ ਜਾਣ, ਜਿਹੜੇ ਉਹਨਾਂ ਦੇ ਜ਼ਾਤੀ ਮਸਾਇਲ ਨੇ ਉਹਨਾਂ ਨੂੰ ਹੱਲ ਕੀਤਾ ਜਾਏ ਔਰ ਉਹਨਾਂ ਦੇ ਜਿਹੜੇ ਜ਼ੁਲਮ ਹੋ ਰਿਹਾ ਉਹਨਾਂ ਦੇ ਉਹ ਤੋਂ ਉਹਨਾਂ ਨੂੰ ਨਿਜਾਤ ਦਿੱਤੀ ਜਾਏ। ਇਹ ਵਿਜ਼ਨ ਹੈ। इस विजन लिए असी बहुत सारे प्रोजेक्ट्स सोच रहे हैं, लेकिन मेन एक साडा प्रोजेक्ट ये कि असी पाकिस्तान च लाहौर दे विच एक सैक्रटेरिएट बनाना चाहते हैं। जिस तरह लाहौर पंजाब सैक्रटेरिएट हज़ारों अदारे ने भी असी 5 ਤੋਂ 10 अदारे ऐसे बनावांगे जिहदे च लोकी अपने आके मसाइल दस्सिया करन
ਤੇ ਕ੍ਰਿਸਚੀਅਨ ਵੋਲੰਟੀਅਰਸ ਜਿਹੜੇ ਟੈਕਨੀਕਲ ਲੋਕ ਹੋਣ ਉਹ ਉਹਨਾਂ ਨੂੰ ਸੁਣਨ ਸਮਝਣ ਤੇ ਫਿਰ PCCI ਦੇ ਹਵਾਲੇ ਕਰਨ ਤਾਂ ਕਿ PCCI ਆਪਣੇ ਲੈਵਲ ਤੇ ਜਾ ਕੇ ਹਕੂਮਤ ਦੇ ਕੋਲੋਂ ਉਹਨਾਂ ਦੇ ਮਸਾਇਲ ਦਾ ਹੱਲ ਲੱਭੇ। ਬੇਸਿਕ ਗੱਲ ਜਿਹੜੀ ਉਹ ਇਹ ਵੇ ਕਿ ਪਾਕਿਸਤਾਨੀ ਕ੍ਰਿਸਚੀਅਨ ਕੰਸਰਨ ਇੰਟਰਨੈਸ਼ਨਲ ਜਿਹਦਾ ਖਾਬ ਸਾਡੇ ਚੇਅਰਮੈਨ ਜਨਾਬ ਸਟੀਫਨ ਆਸਫ ਪੀਟਰ ਸਾਹਿਬ ਨੇ ਦੇਖਿਆ ਕਿ ਉਹ ਵੀ ਇੱਕ ਸਾਬਕਾ MP ਨੇ ਸਿੰਧ ਤੋਂ ਤੇ ਉਹਨਾਂ ਦਾ ਵੀ ਖਾਹਿਸ਼ ਹੈ, ਉਹਨਾਂ ਦੇ ਅਸਲ 'ਚ ਵਿਜ਼ਨ ਉਹਨਾਂ ਦਾ ਅਸੀਂ ਉਹਨਾਂ ਦੇ ਨਾਲ ਰਲੇ ਹਾਂ ਇਸ ਕੰਮ ਦੇ ਵਿੱਚ ਕਿ ਹਾਂ ਅਗਰ ਤੁਸੀਂ ਚਾਹ ਰਹੇ ਹੋ ਤੇ ਅਸੀਂ ਲੋਕਾਂ ਨੂੰ ਇਕੱਠਾ ਕਰ ਰਹੇ ਹਾਂ। ਅਸੀਂ ਡਿਵੀਜ਼ਨਲ ਮਤਲਬ ਪ੍ਰੋਵਿੰਸ਼ੀਅਲ ਹੈਡਸ ਤੇ ਲੋਕਾਂ ਨੂੰ ਬੁਲਾ ਰਹੇ ਹਾਂ, ਅਸੀਂ ਡਿਵੀਜ਼ਨਲ ਹੈਡ ਤੇ ਲੋਕਾਂ ਨੂੰ ਬੁਲਾ ਰਹੇ ਹਾਂ ਔਰ ਅਸੀਂ ਐਕਸਪਰਟੀਜ਼ ਨੂੰ ਲੱਭ ਰਹੇ ਫਿਰਨੇ ਹਾਂ ਪਾਕਿਸਤਾਨ 'ਚੋਂ ਜਿਹੜੇ ਇਸ ਸਾਰੇ ਕੰਮ ਦੇ ਵਿੱਚ ਸਾਡੇ ਮਦਦਗਾਰ ਹੋਣ। ਥੈਂਕ ਯੂ ਸੋ ਮਚ। ਅੱਛਾ ਸਲੀਮ ਸਾਹਿਬ ਤੁਸੀਂ ਇੱਕ ਸਲੀਮ ਮੁਸ਼ਤਾਕ ਸਾਹਿਬ ਤੁਸੀਂ ਇੱਕ ਨੌਜਵਾਨ ਹੋਰ ਤੁਹਾਨੂੰ ਇਹਨਾਂ ਨੇ ਡਿਵੀਜ਼ਨਲ ਹੈਡ ਲਾਤਾ ਹੈ ਜੀ ਸਰ, ਤੁਸੀਂ ਕਰਦੇ ਕੀ ਹੋ? ਜਿਹੜੇ ਲੋਕ ਨੇ ਅਸੀਂ ਉਹਨਾਂ ਨੂੰ ਆਪਣੇ ਉਹਨਾਂ ਨੂੰ ਅਸੀਂ ਅਪਰੋਚ ਕਰਨੇ ਆ, ਉਹਨਾਂ ਦੇ ਇਸ਼ੂਜ਼ ਜਿਹੜੇ ਨੇ ਅਸੀਂ ਉਹਨਾਂ ਨੂੰ ਅਸੀਂ ਦੇਖਨੇ ਆ। ਕਿਸੇ ਜਗ੍ਹਾ ਤੇ ਕੋਈ ਇਸ਼ੂ ਹੈ ਅਸੀਂ ਉਸ ਤਰ੍ਹਾਂ ਉਸ ਡਿਵੀਜ਼ਨ ਦੇ ਉਸ ਡਿਸਟ੍ਰਿਕਟ ਦੇ ਜਿਹੜਾ ਸਾਡਾ ਰਿਪਰੈਜ਼ੈਂਟੇਟਿਵ ਹੁੰਦਾ ਅਸੀਂ ਉਹਨੂੰ ਕਹਿੰਦੇ ਹਾਂ ਕਿ ਤੁਹਾਡੇ ਕੋਲ ਏਰੀਆ 'ਚ ਪ੍ਰੋਬਲਮ ਹੈ ਤਾਂ ਕਿ ਅਸੀਂ ਉਸ ਫੈਮਿਲੀ ਨੂੰ ਉਸ ਇਨਸਾਨ ਨੂੰ ਜਿਹਦੇ ਨਾਲ ਪ੍ਰੋਬਲਮ ਹੈ ਅਸੀਂ ਉਹਨੂੰ ਜਲਦੀ ਤੋਂ ਜਲਦੀ ਉਹਨੂੰ ਅਸੀਂ ਅਪਰੋਚ ਕਰ ਸਕੀਏ ਔਰ ਅਸੀਂ ਉਹਦੀ ਪ੍ਰੋਬਲਮ ਨੂੰ ਸੋਲਵ ਕਰ ਸਕੀਏ। ਅਸੀਂ ਇਸ ਤਰ੍ਹਾਂ ਮੇਰੇ ਕੋਲ ਜੋ ਜ਼ਿੰਮੇਵਾਰੀ ਹੈਗੀ ਮੈਂ ਆਪਣੀ ਜ਼ਿੰਮੇਵਾਰੀ ਨਿਭਾਵਾਂਗਾ, ਮੇਰੇ ਨੀਚੇ ਜੋ ਲੋਕ ਹੋਣਗੇ ਡਿਸਟ੍ਰਿਕਟ ਲੈਵਲ ਤੇ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਹੀ ਅਪਰੋਚ ਕਰਾਂਗੇ, ਫਿਰ ਨੀਚੇ ਸਿਟੀ ਟਾਊਨਸ ਟਾਈਪ ਦੇ ਜੋ ਲੋਕ ਹੋਣਗੇ ਉਹਨਾਂ ਨੂੰ ਅਸੀਂ ਅਪਰੋਚ ਕਰਾਂਗੇ ਤਾਂ ਕਿ ਜੋ ਇਸ਼ੂਜ਼ ਨੇ ਉਹ ਸਾਡੇ ਸਾਹਮਣੇ ਆਉਣ, ਅਸੀਂ ਉਹਨਾਂ ਦੀ ਹੈਲਪ ਕਰੀਏ। ਔਰ ਇਸ ਤਰ੍ਹਾਂ ਹੀ ਅਸੀਂ ਪੂਰੇ ਪਾਕਿਸਤਾਨ 'ਚ ਆਪਣੀ ਅਲੱਗ-ਅਲੱਗ ਡਿਸਟ੍ਰਿਕਟਸ ਔਰ ਡਿਵੀਜ਼ਨਲ ਟੀਮ ਬਣਾਈਆਂ ਨੇ ਤਾਂ ਕਿ ਅਸੀਂ ਆਪਣੇ ਲੋਕਾਂ ਦੇ ਜਿਹੜੇ ਪ੍ਰੋਬਲਮਸ ਨੇ ਉਹਨਾਂ ਨੂੰ ਅਸੀਂ ਉਜਾਗਰ ਕਰ ਸਕੀਏ, ਉਹਨਾਂ ਦਾ ਸੋਲੂਸ਼ਨ ਲੱਭ ਸਕੀਏ, ਅਸੀਂ ਉਹਨਾਂ ਨੂੰ ਹੱਲ ਕਰ ਸਕੀਏ। ਬਹੁਤ ਸ਼ੁਕਰੀਆ। ਅੱਛਾ ਕੈਸਰ ਸਰਾ ਸਾਹਿਬ ਮੇਰਾ ਸਵਾਲ ਦੁਬਾਰਾ ਤੁਹਾਡੇ ਕੋਲ, ਮੈਨੂੰ ਆਪਣਾ ਜਿਹੜੇ ਨੇ ਸਲੀਮ ਸਾਹਿਬ ਦੀ ਗੱਲਬਾਤ ਤੋਂ ਔਰ ਤੁਹਾਡੀ ਗੱਲਬਾਤ ਤੋਂ ਮੈਨੂੰ ਲੱਗਦਾ ਜਿਵੇਂ ਤੁਸੀਂ ਇੱਕ ਨਵੀਂ ਕੋਈ ਪਾਰਟੀ ਬਣਾਉਂਦੇ ਹੋ, ਕੋਈ ਸਿਆਸੀ ਪਾਰਟੀ ਦੁਬਾਰਾ ਕੋਈ ਨਵੀਂ ਫਾਰਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਇਹ ਕੋਈ ਇਸ ਤਰ੍ਹਾਂ ਦੀ ਗੱਲ ਹੈ ਜਾਂ ਇਸ ਤੋਂ ਇਲਾਵਾ ਕੋਈ ਗੱਲ ਹੈ ਜਿਹੜੀ ਮੈਂ ਕੁਝ ਸਮਝ ਸਕਿਆ? ਨਹੀਂ ਬਿਲਕੁਲ ਨਹੀਂ। ਜਿਸ ਤਰ੍ਹਾਂ ਇਮਰਾਨ ਖਾਨ ਨੇ ਐਬਸੋਲੂਟਲੀ ਨੋਟ ਤੇ ਇਹ ਐਬਸੋਲੂਟਲੀ ਨੋਟ, ਇਹ ਕੋਈ ਪੋਲੀਟੀਕਲ ਪਾਰਟੀ ਨਹੀਂ ਜੀ ਨਹੀਂ, ਇਹ ਇੱਕ ਸਿੰਪਲ ਸੋਸ਼ਲ ਆਰਗੇਨਾਈਜੇਸ਼ਨ ਹੈ ਜੀ ਜਿਹੜੀ ਪੋਲੀਟੀਕਲ ਪਾਰਟੀਆਂ ਦੀ ਮਦਦ ਕਰੇਗੀ ਕਿ ਉਹ ਲੋਕਾਂ ਦੇ ਵਿੱਚ ਸਹੀ ਤਰੀਕੇ ਨਾਲ ਕੰਮ ਕਰਨ। ਕ੍ਰਿਸਚੀਅਨ ਪੋਲੀਟੀਕਲ ਪਾਰਟੀਆਂ ਇਹ ਉਹਨਾਂ ਹੈਡਸ ਦੀ ਉਹਨਾਂ ਆਰਗੇਨਾਈਜੇਸ਼ਨਸ ਦੀ ਹੈਲਪ ਕਰੇਗੀ ਜਿਹੜੀ ਕਮਿਊਨਿਟੀ 'ਚ ਕੰਮ ਕਰ ਰਹੀਆਂ ਨੇ। ਅਸੀਂ ਉਹਨੂੰ ਸਪੋਰਟ ਕਰਾਂਗੇ, ਉਹਨਾਂ ਨੂੰ ਅਸੀਂ ਥੰਮੇ ਦੇਵਾਂਗੇ ਤਾਂ ਕਿ ਉਹ ਬਿਹਤਰ ਤਰੀਕੇ ਨਾਲ ਕੰਮ ਕਰ ਸਕਣ। ਅਸੀਂ ਇੱਕ ਆਰਗੇਨਾਈਜੇਸ਼ਨ ਦੀ ਹੈਸੀਅਤ ਦੇ ਨਾਲ ਮਿਸਾਲ ਦੇ ਤੌਰ ਤੇ ਅਸੀਂ ਇੱਕ ਲਾਹੌਰ ਦੇ ਵਿੱਚ 24 ਅਕਤੂਬਰ ਨੂੰ ਇੱਕ ਸੈਮੀਨਾਰ ਕਰ ਰਹੇ ਹਾਂ ਜੀ ਯੂਨਿਟੀ ਕ੍ਰਿਸਚੀਅਨ ਯੂਨਿਟੀ ਸੈਮੀਨਾਰ ਜੀ। ਉਹਦਾ ਬੁਨਿਆਦੀ ਮਕਸਦ ਇਹ ਹੈ ਕਿ ਅਸੀਂ ਕ੍ਰਿਸਚੀਅਨ ਪੋਲੀਟੀਕਲ ਪਾਰਟੀਆਂ ਦੇ ਹੈਡ ਨੂੰ ਬੁਲਾ ਰਹੇ ਹਾਂ ਤਾਂ ਕਿ ਉਹ ਆ ਕੇ ਆਪਣਾ ਇੱਕ ਤੇ ਮੌਕਾ ਬਿਆਨ ਕਰ ਸਕਣ, ਫਿਰ ਅਸੀਂ ਉਹਨੂੰ ਸਪੋਰਟ ਕਰਕੇ ਤੇ ਕੋਈ ਇਸ ਤਰੀਕੇ ਨਾਲ ਉਹਨਾਂ ਦਾ ਇਕੱਠ ਬਣਾ ਦਈਏ ਪਾਰਟੀਆਂ ਦਾ ਤਾਂ ਕਿ ਪੂਰੇ ਪਾਕਿਸਤਾਨ 'ਚ ਇੱਕ ਦੂਜੇ ਨਾਲ ਕਨੈਕਸ਼ਨਸ ਹੋਣ, ਇੱਕ ਦੂਜੇ ਨਾਲ ਗੱਲਬਾਤ ਕਰਨ ਔਰ ਮੁਖਤਲਿਫ ਜਿਹੜੇ ਨੈਸ਼ਨਲ ਇਸ਼ੂਜ਼ ਨੇ ਉਹਨਾਂ ਦਾ ਜਿਹੜੀ ਉਹਦੀ ਕਨਸੈਂਟ ਹੈ ਔਰ ਜਿਹੜੀ ਵਰਕਿੰਗ ਹੈ ਔਰ ਜਿਹੜਾ ਉਹਦਾ ਮੌਕਫ ਹੈ ਉਹ ਸਟਰੋਂਗ ਹੋ ਕੇ ਤੇ ਹਕੂਮਤ ਤੱਕ ਪਹੁੰਚ ਸਕੇ। ਅੱਛਾ ਇਹਦੇ ਨਾਲ ਨਾ ਮੈਂ ਤੁਸੀਂ ਗੱਲ ਜਿਹੜੀ ਹੈ ਤੇ ਬੜੀ ਅੱਛੀ ਨੀਅਤ ਵਾਲੀ ਗੱਲ ਹੈ ਕਿ ਤੁਸੀਂ ਸੈਮੀਨਾਰ ਔਨ ਯੂਨਿਟੀ ਕਰਦੇ ਹੋ। ਅੱਛਾ ਇਹਦੇ 'ਚ ਜਿਹੜੀਆਂ ਤਮਾਮ ਤੁਸੀਂ ਗੱਲ ਕਰ ਰਹੇ ਹੋ ਸਿਆਸੀ ਪਾਰਟੀਆਂ ਆਉਣਗੀਆਂ ਔਰ ਤੁਸੀਂ ਉਹਨਾਂ ਨੂੰ ਸਪੋਰਟ ਕਰੋਗੇ ਜਾਂ ਉਹਨਾਂ ਨੂੰ ਹੌਸਲਾ ਦਿਓਗੇ ਉਹਨਾਂ ਨੂੰ, ਔਰ ਮਤਲਬ ਇਹ ਕੋਈ NGO ਹੈ PCCI? PCCI ਇੱਕ NGO ਵੀ ਨਹੀਂ ਹੈ। ਅੱਛਾ ਨਹੀਂ ਬਿਲਕੁਲ ਨਹੀਂ, ਇਹ ਕਿਤੋਂ ਸਪੋਰਟ ਨਹੀਂ ਲਏਗੀ। ਠੀਕ ਠੀਕ ਇਹਦਾ ਕੋਈ ਫੰਡ ਨਹੀਂ ਹੋਏਗਾ ਕਿ ਕਿਸੇ ਕੋਈ ਬੜੀ ਫੰਡਿੰਗ ਏਜੰਸੀਜ਼ ਨੇ ਜਾਂ ਗਵਰਨਮੈਂਟ को फंड मांग दे रही है या साढ़े चो कोई MP MN बनने की कोशिश करे, नो नहीं बिल्कुल नहीं। एक सोशल ऑर्गेनाइजेशन है, समाजी तंजीम ओके 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 ठीक ठीक ਜਿਹੜੀ ਤਨਜ਼ੀਮਾਂ ਦੀ ਹੈਲਪ ਕਰੇਗੀ ਠੀਕ 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 ਉਹਨਾਂ ਦੇ ਵਿੱਚ ਵੀ ਸ਼ਾਮਲ ਨਹੀਂ ਹੋਏਗੀ, ਆਪਣਾ ਨਾਮ ਹੀ ਨਹੀਂ ਵਿੱਚ ਪਾਏਗੀ ਨਹੀਂ ਨਹੀਂ ਬਿਲਕੁਲ ਨਹੀਂ। ਪੋਲੀਟੀਕਲ ਜਿਹੜੇ ਪਾਰਟੀਆਂ ਨੇ ਉਹਨਾਂ ਦੀ ਵੀ ਇਸ ਤਰ੍ਹਾਂ ਹੈਲਪ ਹੋਏਗੀ, ਬਿਲਕੁਲ ਨਹੀਂ ਕਿ ਇਹ ਕੋਈ NGO ਹੈ ਤੇ ਕੋਈ ਬੜੇ ਕੋਈ ਫੰਡਿੰਗ ਹੋਏਗੀ, ਨਹੀਂ। ਇਹ ਜਿਹੜੇ ਲੋਕੀ ਸਾਡੇ ਨਾਲ ਪਾਕਿਸਤਾਨੀ ਲੋਕੀ ਨੇ, ਪਾਕਿਸਤਾਨੀ ਲੋਕ ਜਿਹੜੇ ਬਾਹਰ ਰਹਿੰਦੇ ਨੇ ਉਹ ਆਪਣੇ ਵਿਚਾਰੇ ਤਨਖਾਹਾਂ ਤੋਂ ਆਪਣੇ ਸੇਵਿੰਗਸ ਤੋਂ ਉਹਨਾਂ ਨੇ ਫੰਡਿੰਗ ਕੀਤੀ, ਉਹਨੇ ਜਮ੍ਹਾਂ ਕੀਤੇ ਨੇ ਪੈਸੇ ਜਿਹਦੇ 'ਚੋਂ ਮੁਖਤਲਿਫ ਤਨਜ਼ੀਮਾਂ ਦੀ ਮੁਖਤਲਿਫ ਲੋਕਾਂ ਦੀ ਤੇ ਅਸੀਂ ਵੀ ਨਾਲ ਉਹਨੇ ਸ਼ਾਮਲ ਆਏ ਉਹਦੇ ਵਿੱਚ ਔਰ ਹਰ PCCI ਦਾ ਹਰ ਵਰਕਰ ਉਹਦੇ 'ਚ ਕੰਟਰੀਬਿਊਟ ਕਰਦਾ ਹੈ। ਔਰ ਪਾਕਿਸਤਾਨ 'ਚ ਮੈਨੂੰ ਪਤਾ ਹੈ ਕ੍ਰਿਸਚੀਅਨ ਐਸੇ ਲੋਕ ਹੈ ਨੇ ਜਿਹੜੇ ਹੈਲਪ ਕਰ ਸਕਦੇ ਨੇ ਲੋਕਾਂ ਦੀ, ਅਸੀਂ ਉਹਨਾਂ ਨੂੰ ਨਾਲ ਰੱਖਿਆ ਹੋਇਆ, ਲੋਕਾਂ ਦੀ ਮਦਦ ਕਰਨ ਲਈ ਸਾਡੇ ਨਾਲ ਰਲਣਗੇ ਔਰ ਇਹ ਅਸੀਂ ਮਿਲ ਕੇ ਸਾਰੇ ਵਿਦਆਊਟ ਦ ਨੇਮ ਐਨੀ NGO ਜਾਂ ਕਿਸੇ ਫੰਡਿੰਗ ਏਜੰਸੀਜ਼ ਦੇ ਅਸੀਂ ਲੋਕਾਂ ਦੀ ਮਦਦ ਕਰਾਂਗੇ। ਅੱਛਾ ਮੈਨੂੰ ਹੁਣ ਜਿਹੜੀ ਗੱਲ ਸਮਝ ਆਈ ਸਾਦਾ ਲਫ਼ਜ਼ਾਂ ਦੇ ਵਿੱਚ, ਕਿਉਂਕਿ ਪੰਜਾਬੀ ਪ੍ਰੋਗਰਾਮ ਹੈ ਤੇ ਮੈਂ ਸਾਦਾ ਮੈਨੂੰ ਸਮਝ ਆਈ ਕਿ ਦਰਅਸਲ ਇਹ ਇੱਕ ਪਲੇਟਫਾਰਮ ਹੈ
ਜਿਹਦੇ ਤੇ ਤੁਸੀਂ ਸਿਆਸੀ ਸਮਾਜੀ ਔਰ ਜਿਹੜੀਆਂ ਤਾਲੀਮੀ ਸਰਗਰਮੀਆਂ ਨੇ ਤੁਸੀਂ ਉਹਨਾਂ ਨੂੰ ਮਤਲਬ ਇਹ ਮੌਕਾ ਦਿਓਗੇ ਕਿ ਲੋਕੀ ਉੱਥੇ ਆ ਕੇ ਤੇ ਆਪਣੇ ਆਪਣੇ ਮਤਲਬ ਦਾ ਜਿਹੜਾ ਕੰਮ ਹੈ ਉਹਨੂੰ ਕਰਨ ਔਰ ਤੁਸੀਂ ਉਹਨਾਂ ਨੂੰ ਮਾਲੀ ਔਰ ਜਿਹੜੀ ਹੈਗੀ ਹੈ ਮੋਰਲ ਜਿਹੜੀ ਸਪੋਰਟ ਹੈ ਉਹ ਤੁਸੀਂ ਦਿਓ। ਜੀ ਬਿਲਕੁਲ, ਇਹ ਮੈਂ ਠੀਕ ਸਮਝਿਆ? ਬਿਲकुल ठीक समझ। ਸੋ ਇਹ ਤੇ ਬੜਾ ਅੱਛਾ ਖਿਆਲ ਹੈ ਔਰ ਬੜਾ ਅੱਛਾ ख्वाब ਹੈ। ਤੇ ਆਪਣਾ ਸਲੀਮ ਸਾਹਿਬ ਤੁਸੀਂ ਜ਼ਰਾ ਦੱਸਿਆ ਜੀ ਕਿ PCCI ਵਾਲਾ ਇਨ ਦਾ ਡਿਵੀਜ਼ਨਲ ਹੈਡ ਹੋ ਕਿ ਫਿਰ ਉਹ ਸਾਰੇ ਪੈਸੇ ਤੇ ਆਉਂਦੇ ਨੇ? ਨਹੀਂ ਸਰ, PCCI ਕਿਸੇ ਨੂੰ ਆਪਣੇ ਕੋਲੋਂ ਪੈਸੇ ਨਹੀਂ ਦਿੰਦੀ। PCCI ਜਿਹੜੀ ਆਪਣੀ ਪਾਕਟ ਚੋਂ ਪੇ ਕਰ ਸਭ ਲਈ ਸੇਵਿੰਗ ਜਿਹੜੀ ਇਕੱਠੀ ਕਰਦੀ ਹੈ ਤਾਂ ਕਿ ਅਸੀਂ ਜਿਹੜੇ ਉਹਨਾਂ ਦੇ ਲੋਕਾਂ ਦੇ ਡਿਵੈਲਪਮੈਂਟ ਦੇ ਕੰਮ ਹੈ ਅਸੀਂ ਉਹਦੇ ਲਈ ਅਸੀਂ ਸਰਵ ਕਰ ਸਕੀਏ। ਸਭ ਲੋਕ ਆਪਣੀ ਆਪਣੀ ਸੈਲਰੀਜ਼ ਤੋਂ ਹਿੱਸਾ ਕਰਦੇ ਨੇ ਔਰ ਜੋ ਹਿੱਸਾ ਕਰਦੇ ਨੇ ਕੋਈ ਅਗਰ ਫॉर एग्जांपल ਕੋਈ ਇਨੀਸ਼ੀਏਟਿਵ ਲਿਆ ਜਾਂਦਾ ਕਿ ਅਸੀਂ ਫਲਾਂ ਜਗ੍ਹਾ ਤੇ ਕੰਮ ਕਰਨਾ ਚਾਹ ਰਹੇ ਹਾਂ, ਅਸੀਂ ਫਲਾਂ ਡਿਵੈਲਪਮੈਂਟ ਦਾ ਕੰਮ ਉੱਥੇ ਕਰਨਾ ਚਾਹ ਰਹੇ ਹਾਂ, ਸਭ ਨੇ ਆਪਣੀ ਆਪਣੀ ਸੈਲਰੀ ਤੋਂ ਫਸਟ ਪ੍ਰਾਇੋਰਟੀ ਲਈ ਉਹਨਾਂ ਨੇ ਰੱਖਿਆ ਹੁੰਦਾ ਕਿ ਅਸੀਂ ਆਪਣੀ ਸੈਲਰੀ ਤੋਂ ਇੰਨੇ ਦੇਵਾਂਗੇ, ਅਸੀਂ ਆਪਣੀ ਇਨਕਮ ਚੋਂ ਆਪਣੀ ਪਾਕਟ ਚੋਂ ਇੰਨਾ ਪੇ ਕਰਾਂਗੇ ਔਰ ਤਾਂ ਕਿ ਅਸੀਂ ਇਸ ਪ੍ਰੋਜੈਕਟ ਨੂੰ ਅਸੀਂ ਇਸ ਕੰਮ ਨੂੰ ਅੱਗੇ ਲੈ ਕੇ ਜਾ ਸਕੀਏ ਤਾਂ ਕਿ ਕੰਮ ਜਿਹੜਾ ਸਾਡਾ ਉਹ ਕੰਪਲੀਟ ਹੋ ਸਕੇ, ਤਾਂ ਕਿ ਸਾਡੇ ਜੋ ਲੋਕ ਨੇ ਕ੍ਰਿਸਚਨ ਲੋਕ ਨੇ ਉਹਨਾਂ ਦਾ ਜਿਹੜਾ ਉਹਨਾਂ ਨੂੰ ਡਿਵੈਲਪ ਕਰਨ ਲਈ ਜੋ ਸਾਡਾ ਇਨੀਸ਼ੀਏਟਿਵ ਹੈ ਉਹ ਕੰਪਲੀਟ ਹੋ ਸਕੇ। ਮਤਲਬ ਤੁਹਾਨੂੰ ਕੋਈ ਪੈਸੇ ਨਹੀਂ ਮਿਲਦੇ ਸੈਲਰੀ? ਨਹੀਂ, ਅਸੀਂ ਜਿੰਨੇ ਵੀ ਵਰਕਰ ਆ PCCI ਦੇ ਵੋਲੰਟੀਅਰਲੀ ਅਸੀਂ ਕੰਮ ਕਰਨੇ ਆ। ਅਸੀਂ ਕਿਸੇ ਕੋਲੋਂ ਕੋਈ ਫੰਡਿੰਗ ਜਾਂ ਕੋਈ ਕਿਸੇ ਕਿਸਮ ਦੀ ਸਾਨੂੰ ਕਹ ਲਓ ਕਿ ਅਸੀਂ ਡਿਮਾਂਡ ਨਹੀਂ ਕਰਦੇ, ਨਾ ਹੀ ਸਾਨੂੰ ਕੋਈ ਅਸੀਂ ਇਸ ਤਰ੍ਹਾਂ ਦਾ ਕੰਮ ਕਰਨੇ। ਯਾਰ ਤੁਸੀਂ ਬੰਦੇ ਹੋ ਕਿ ਫਰਿਸ਼ਤੇ ਹੋ? ਚਲ ਖਲੀਲ ਜਬਰਾਨ ਨੇ ਕਰੀ ਆਖਿਆ ਸੀ ਕਿ ਮੁਬਾਰਕ ਨੇ ਉਹ ਕੌਮਾਂ ਜਿਹੜੀਆਂ ਖਾਬ ਵੇਖਦੀਆਂ ਨੇ ਤੇ ਮੁਬਾਰਕ ਨੇ ਉਹ ਕੌਮਾਂ ਜਿਹੜੀ ਉਹਨਾਂ ਖਾਬਾਂ ਦੀ ਤਾਮੀਰ ਲਈ ਮਿਹਨਤ ਕਰਦੀਆਂ ਨੇ ਤੇ ਮੁਬਾਰਕ ਨੇ ਉਹ ਕੰਨ ਜਿਹੜੇ ਜ਼ੰਜੀਰ ਦੇ ਟੁੱਟਣ ਦੀ ਆਵਾਜ਼ ਸੁਣਦੇ ਨੇ। ਅਸੀਂ ਹਰਾਵਲ ਦਸਤੇ ਦੇ ਲੋਕ ਹਾਂ ਤੇ ਅਸੀਂ ਅੱਗੇ ਖੜੇ ਹਾਂ ਤੇ ਜੇ ਅਸੀਂ ਕੰਮ ਕਰ ਰਹੇ ਹਾਂ ਤੇ ਅਸੀਂ ਆਪਣੇ ਕੌਮ ਦੇ ਜ਼ੰਜੀਰਾਂ ਟੁੱਟਣ ਦੀ ਆਵਾਜ਼ ਵੀ ਅਸੀਂ ਸੁਣਾਂਗੇ ਖੁਦਾ ਨੇ। ਜ਼ਰੂਰ। ਸਾਡੇ ਨਾਲ ਮੇਜਰ ਮਕਬੂਲ ਆਸ਼ਿਕ ਸਾਹਿਬ ਮੌਜੂਦ। ਮੇਜਰ ਸਾਹਿਬ ਇੱਕ ਗੱਲ ਦੱਸੋ, ਤੁਸੀਂ ਚੰਗੇ ਭਲਾ ਫੌਜ ਤੋਂ ਰਿਟਾਇਰ ਹੋ ਕੇ ਇੱਕ ਨਵੀਂ ਫੌਜ ਕਿਉਂ ਬਣਾਉਣ ਲੱਗੇ ਹੋ? नहीं फौज नहीं बनावांगे, सिर्फ कौम ਲਈ ਕੁਝ ਕੰਮ ਕਰਨਾ ਚਾਹੁੰਦੇ ਹਾਂ। ਅੱਛਾ, ਉਹ ਕੰਮ ਜਿਹੜਾ ਮਤਲਬ ਤੁਸੀਂ ਕਿਉਂਕਿ ਲਾਹੌਰ ਦੇ ਰਿਪਰੈਜ਼ੈਂਟੇਟਿਵ ਹੋ ਔਰ PCCI ਜਿਹੜਾ ਹੈ ਉਹ ਲਾਹੌਰ ਦੇ ਵਿੱਚ ਹੀ ਬਣਾਉਣਾ ਚਾਹ ਰਿਹਾ ਆਪਣਾ ਸੈਕਟਰੀਏਟ, ਮਤਲਬ ਉਹਦੇ ਬਾਰੇ ਔਰ ਆਪਣੇ ਵਿਜ਼ਨ ਦੇ ਬਾਰੇ ਔਰ ਸੈਕਟਰੀਏਟ ਦੇ ਬਾਰੇ ਕੁਝ ਦੱਸਿਆ ਜੀ। ਬੇਸਿਕਲੀ PCCI ਜਿਸ ਤਰ੍ਹਾਂ ਕਿ ਤੁਸੀਂ ਪਹਿਲੇ ਦੱਸਿਆ ਕਿ ਜੀ ਪਾਕਿਸਤਾਨੀ ਕ੍ਰਿਸਚੀਅਨ ਕੰਸਰਨ ਇੰਟਰਨੈਸ਼ਨਲ ਜੀ ਇੱਕ ਜਿਹੜੀ ਅਸੀਂ ਬਣਾ ਰਹੇ ਹਾਂ, ਫੋਰਮ ਬਣਾ ਰਹੇ ਹਾਂ, ਯਾਨੀ ਫੌਜ ਬਣਾ ਰਹੇ ਹਾਂ, ਨਹੀਂ ਫੋਰਮ ਬਣਾ ਰਹੇ ਹਾਂ ਤੇ ਇਹ ਕੰਮ ਕਰੇਦਾ। ਇਹਦੇ ਵਿੱਚ ਮੁxtਲਿਫ ਡਿਪਾਰਟਮੈਂਟਸ ਜਿਹੜੇ ਨੇ ਉਹ ਅਸੀਂ ਸਾਰੇ ਬਣਾਵਾਂਗੇ ਤੇ ਉਹਦੇ ਵਿੱਚ ਮਤਲਬ ਲੋਕਾਂ ਨੂੰ ਜਿਹੜੇ ਵੀ ਮਸਾਇਲ ਹੁੰਦੇ ਨੇ ਉਹਨਾਂ ਦੇ ਹੱਲ ਜਿਹੜੇ ਨੇ ਉਹ ਪੇਸ਼ ਕੀਤੇ ਜਾਂਦੇ। ਤੇ ਜਿਸ ਤਰ੍ਹਾਂ ਕਿ ਸਾਡੇ ਚੇਅਰਮੈਨ ਸਾਹਿਬ ਦੀ ਵਿਜ਼ਨ ਹੈ ਕਿ ਵੀ ਪਾਕਿਸਤਾਨੀ ਜਿਹੜੇ ਨੇ ਕ੍ਰਿਸਚਨ ਖਾਸ ਤੌਰ ਤੇ ਵੀ ਇਹਨਾਂ ਦੇ ਜਿਹੜੇ ਵੀ ਮਸਲੇ ਮਸਾਇਲ ਨੇ ਜ਼ਿੰਦਗੀ ਦੇ ਮੁxtਲਿਫ ਫੀਲਡਾਂ ਦੇ ਵਿੱਚ, ਜਿਸ ਤਰ੍ਹਾਂ ਕਿ ਤੁਸੀਂ ਸਮਝਦੇ ਜੇ ਕਿ ਐਜੂਕੇਸ਼ਨ ਦੇ ਵਿੱਚ ਕੋਈ ਅਗਰ ਮਸਾਇਲ ਨੇ ਜਾਂ ਅਗਰ ਕੋਈ ਪੋਲੀਟੀਕਲੀ ਮਸਲਾ ਹੈ ਜਾਂ ਸੋਸ਼ਲ ਮਸਲੇ ਨੇ ਜਾਂ ਕੋਈ ਸਪੋਰਟਸ ਦੇ ਵਿੱਚ ਜਾਂ ਹੋਰ ਮਤਲਬ ਮੁxtਲਿਫ ਚੀਜ਼ਾਂ ਜਿਹੜੀਆਂ ਜ਼ਿੰਦਗੀ ਦੀਆਂ ਚੱਲ ਰਹੀਆਂ ਨੇ ਇਹਨਾਂ ਦੇ ਵਿੱਚ ਅਗਰ ਜਿਹੜੇ ਮਸਾਇਲ ਨੇ ਤੇ ਉਹਨਾਂ ਦਾ ਕਿਸ ਤਰ੍ਹਾਂ ਹੱਲ ਕੀਤਾ ਜਾ ਸਕਦਾ ਹੈ, ਉਹਦੇ ਲਈ ਤਰੀਕਾ ਜਿਹੜਾ ਉਹਨਾਂ ਬਣਾਇਆ ਉਹ ਤਰੀਕਾ ਇਹ ਬਣਾਇਆ ਗਿਆ ਕਿ ਵੀ ਤੁਸੀਂ ਮੁxtਲਿਫ ਹਰ ਫੀਲਡ ਦੇ ਜਿਹੜੇ ਨੇ ਪ੍ਰੋਫੈਸ਼ਨਲਸ ਲੈ ਕੇ ਜਾਂ ਜਿਹੜੇ ਲੋਕੀ ਸਹੀ ਤਜਰਬਾਕਾਰ ਨੇ ਉਸ ਫੀਲਡ ਦੇ ਉਹਨਾਂ ਨੂੰ ਤੁਸੀਂ ਇਕੱਠਿਆਂ ਕਰਕੇ ਤੇ ਉਹ ਸਾਰੇ ਦੇ ਸਾਰੇ ਜਿਹੜੇ ਨੇ ਵਲੰਟੀਅਰ ਨੇ। ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਜੀ ਆਮ ਤੌਰ ਤੇ ਤਾਂ ਸਾਡਾ ਇਹ ਹੀ ਕਨਸੈਪਟ ਹੁੰਦਾ ਹੈ ਕਿ ਜੀ ਲੋਕੀ ਸਾਨੂੰ ਵੀ ਬਾਹਰੋਂ ਏਡ ਆਵੇ ਦੀ, ਲੇਕਿਨ ਇਹ ਜਿਹੜਾ ਫੋਰਮ ਹੈ ਇਹ ਏਡ ਦੇਣ ਲਈ ਤਿਆਰ ਹੋ ਗਿਆ ਕਿ ਵੀ ਸਾਰੇ ਦੇ ਸਾਰੇ ਲੋਕੀ ਜਿਹੜੇ ਨੇ ਵੀ ਇਹ ਆਪਣੀ ਕੰਟਰੀਬਿਊਸ਼ਨ ਕਰਨ ਦੇ ਤੇ ਆਪਣੇ ਕੋਲੋਂ ਪੈਸੇ ਲਾ ਕੇ ਤੇ ਕੌਮ ਲਈ ਕੰਮ ਕਰਨ ਦੇ। ਤੇ ਉਹਦੇ ਵਿੱਚ ਮਤਲਬ ਜਿਹੜੇ ਪੋਲੀਟੀਕਲ ਨਾਲ ਰਿਲੇਟਡ ਲੋਕੀ ਨੇ ਉਹ ਉਸ ਪੋਲੀਟੀਕਲ ਡਿਪਾਰਟਮੈਂਟ ਦਾ ਹਿੱਸਾ ਹੋਣ ਦੇ, ਜਿਹੜੇ ਕੋਈ ਲੀਗਲ ਨਾਲ ਰਿਲੇਟਡ ਨੇ ਉਹ ਲੀਗਲ ਵਾਲੇ ਦਾ ਹਿੱਸਾ ਹੋਣ ਦੇ, ਤੇ ਜਿਹੜੇ ਕਲਰਜੀ ਨਾਲ ਰਿਲੇਟਡ ਨੇ ਉਹ ਮਜ਼ਹਬ ਦੀਆਂ ਚੀਜ਼ਾਂ ਨੂੰ ਵੇਖ ਰਹੇ ਹੋਣ ਦੇ। ਤੇ ਓਵਰਆਲ ਜਿਹੜਾ ਹੈ ਵੀ ਜਦੋਂ ਇਹ ਸਾਰੇ ਮਿਲ ਕੇ ਤੇ ਉਹ ਸੈਕਟਰੀਏਟ ਹੈਡਕੁਆਟਰ ਦੇ ਵਿੱਚ ਜਿਹੜਾ ਜੋ ਮੁxtਲਿਫ ਚੀਜ਼ਾਂ ਜਾਂ ਜਿਹੜਾ ਵੀ ਮਸਲਾ ਕੋਈ ਪਾਕਿਸਤਾਨ ਦੇ ਵਿੱਚ ਕਿਤੇ ਵੀ ਕ੍ਰਿਸਚਨ ਕਮਿਊਨਿਟੀ ਨਾਲ ਹੋਵੇਗਾ ਤੇ ਉਹ ਉਹਦਾ ਹੱਲ ਕੱਢਿਆ ਜਾਏਗਾ। ਤੇ ਉਹਦੇ ਲਈ ਇਹ ਜਿਹੜਾ ਫੋਰਮ ਹੈ ਇਹ ਉਹਨਾਂ ਨੂੰ ਮੋਰਲੀ ਤੇ ਫਾਈਨੈਂਸ਼ੀਅਲੀ ਸਪੋਰਟ ਕਰੇਗਾ। ਬਹੁਤ ਮਿਹਰਬਾਨੀ। ਅੱਛਾ ਕੈਸਰ ਸਾਹਿਬ ਤੁਹਾਡੇ ਵੱਲ ਦੁਬਾਰਾ ਆਉਂਦੇ ਆ। ਇਹ ਜਿਹੜਾ ਤੁਹਾਡਾ ਸੁਪਨਾ ਹੈ ਬਈ ਅਸੀਂ ਸਾਰੀਆਂ ਜਿਹੜੀਆਂ ਜਥੇ ਨੇ ਮੁxtਲਿਫ ਮਸੀਹੀ ਜਥੇ ਨੇ ਉਹ ਖਾਸ ਤੌਰ ਤੇ ਜਿਹੜੇ ਸਿਆਸੀ ਜਥੇ ਨੇ ਪਾਰਟੀਆਂ ਨੇ ਅਸੀਂ ਉਹਨਾਂ ਨੂੰ ਇਕੱਠਾ ਕਰਾਂਗੇ, ਬੜੀ ਮਾਜ਼ਰਤ ਨਾਲ ਇੱਥੇ ਤੇ ਇੱਕ ਹੀ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਇਕੱਠੇ ਬੈਠਣ ਲਈ ਤਿਆਰ ਨਹੀਂ ਤੇ ਤੁਸੀਂ ਏਡੀ ਵੱਡਾ ख्वाब ਵੇਖ ਲਿਆ ਕਿ ਸਾਰੇ ਦੇ ਸਾਰੇ ਜਿਹੜੇ ਪੋਲੀਟੀਕਲ
ਜਿਹੜੇ ਸਾਡੇ ਸਿਆਸੀ ਜਿਹੜੇ ਜਥੇ ਨੇ ਇੱਕ ਜਗ੍ਹਾ ਤੁਸੀਂ ਇਕੱਠੇ ਕਰੋਗੇ, ਤੁਹਾਨੂੰ ਲੱਗਦਾ ਹੈ ਵੀ ਇਸ ਤਰ੍ਹਾਂ ਹੋ ਜਾਏਗਾ? ਹਾਂ ਠੀਕ। ਇਹ ਦੇਖੋ, ਜਦੋਂ ਕੋਈ ਕੰਮ ਸ਼ੁਰੂ ਕਰੀਦਾ ਨਾ ਤੇ ਉਹ ਇੱਕ ਅਜ਼ਮ ਹੁੰਦਾ ਹੈ ਤੁਹਾਡੇ ਅੰਦਰ ਜਿਹਦੀ ਵਜ੍ਹਾ ਤੋਂ ਤੁਸੀਂ ਉਹ ਕੰਮ ਕਰ ਰਹੇ ਹੋ। ਅੱਛਾ, ਜਿਨ੍ਹਾਂ ਦੇ ਕੌਮਾਂ ਦੇ ਕੋਲ, ਜਿਨ੍ਹਾਂ ਲੋਕਾਂ ਦੇ ਕੋਲ ਇਰਾਦਾ ਔਰ ਅਜ਼ਮ ਹੋਏ ਨਾ, ਉਹ ਉਹਨਾਂ ਕੋਲ ਇੱਕ ਤਹਿਰੀਕ ਪੈਦਾ ਹੁੰਦੀ ਦੇ ਅੰਦਰ, ਇਨਸਾਨਾਂ ਦੇ ਅੰਦਰ, ਔਰ ਉਹ ਫਿਰ ਉਸ ਜੋਸ਼ ਜਿਹੜਾ ਉਹਦੇ ਤਹਿਰੀਕ ਦਾ ਜੋਸ਼ ਹੁੰਦਾ ਨਾ, ਉਹਦੀ ਵਜ੍ਹਾ ਤੋਂ ਅੱਗੇ ਆਉਂਦੇ ਨੇ। ਅੱਛਾ, ਹੁਣ ਇਹ ਵੀ ਕਿ ਪਾਕਿਸਤਾਨ 'ਚ ਐਕਚੁਅਲੀ ਜਿਹੜਾ ਹੁਣ ਤੱਕ ਅਸੀਂ ਅਗਰ ਪਿੱਛੇ ਰਹਿ ਗਏ ਨਾ ਕ੍ਰਿਸਚਨ ਲੋਕ, ਤੇ ਇਸ ਮਤਲਬ ਸਾਡੇ 'ਚ ਇਤਿਹਾਦ ਨਹੀਂ ਕਾਇਮ ਹੋਇਆ, ਅਸੀਂ ਕਿਤੇ ਇਕੱਠੇ ਨਹੀਂ ਹੋ ਸਕੇ, ਕਿਸੇ ਇੱਕ ਇਸ਼ੂ ਤੇ ਅਸੀਂ ਆਪਣੇ ਆਪ ਨੂੰ ਖਿਲਾਰ ਨਹੀਂ ਸਕੇ। ਸਾਡੀ ਸਭ ਤੋਂ ਪਹਿਲੀ ਕੋਸ਼ਿਸ਼ ਇਹ ਹੈ ਕਿ ਅਸੀਂ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਕਹੀਏ ਕਿ ਇਤਿਹਾਦ 'ਚ ਤਾਕਤ ਹੈ। ਅਗਰ ਤੁਸੀਂ ਆਪਣੀ ਗੱਲ ਨੂੰ ਥੋੜੀ ਦੇਰ ਲਈ ਪਿੱਛੇ ਰੱਖ ਕੇ ਤੇ ਅਗਲੇ ਬੰਦੇ ਦੀ ਗੱਲ ਸੁਣ ਕੇ ਤੇ ਤੁਸੀਂ ਅੱਗੇ ਵਧੋ, ਤੇ ਫਿਰ ਉਹ ਵੀ ਤੁਹਾਡੇ ਨਾਲ ਟੁਰ ਪਏਗਾ। ਮੈਂ ਅੱਜ ਤੋਂ 20 ਸਾਲ ਪਹਿਲੇ ਲਿਵ ਫਾਰ ਅਦਰਸ ਦਾ ਇੱਕ ਡਾਇਲਾਗ ਸੀ, ਇੱਕ ਪੇਪਰ ਸੀ, ਮੈਂ 2000 ਪੇਪਰ ਤਕਸੀਮ ਕੀਤੇ ਮਾਰਕੀਟ ਦੇ ਵਿੱਚ ਲੋਕਾਂ ਨੂੰ। ਮੈਨੂੰ ਨਹੀਂ ਪਤਾ ਲੱਗਾ ਕਿ ਇਹਦਾ ਕੀ ਮਤਲਬ ਹੈ, ਯਾਨੀ 2000 ਤਕਸੀਮ ਕਰ ਦਿੱਤੇ। ਮੈਨੂੰ ਹੁਣ ਪਤਾ ਲੱਗਾ ਹੈ ਕਿ ਲਿਵ ਫਾਰ ਅਦਰਸ ਦਾ ਮਾਨੀ ਕੀ ਹੈ। ਮਾਨੀ ਇਹ ਵੇ ਕਿ ਅਗਰ ਮੈਂ ਕਿਸੇ ਲਈ ਜ਼ਿੰਦਾ ਵਾਂ, ਮੈਂ ਕਿਸੇ ਲਈ ਕੰਮ ਕਰ ਰਿਹਾ, ਤੇ ਮੇਰੇ ਬੇਟੇ ਲਈ ਵੀ ਕੋਈ ਨਾ ਕੋਈ ਬੰਦਾ ਕੰਮ ਕਰ ਰਿਹਾ ਹੋਏਗਾ। ਠੀਕ, ਇਹ ਜਿਹੜਾ ਇਤਿਹਾਦ ਦੀ ਜਿਹੜਾ ਜਜ਼ਬਾ ਹੈ ਨਾ, ਜਦੋਂ ਤੱਕ ਇਹ ਉਜਾਗਰ ਨਾ ਹੋਇਆ ਮੇਰੀ ਕੌਮ 'ਚ, ਅਸੀਂ ਇਹ ਪੋਲੀਟੀਕਲ ਪਾਰਟੀਜ਼ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਜਦੋਂ ਤੱਕ ਤੁਸੀਂ ਤੁਹਾਡੀ ਆਵਾਜ਼, ਤੁਹਾਡਾ ਡਾਇਲਾਗ, ਤੁਹਾਡੀ ਗੁਫ਼ਤਗੂ, ਤੁਹਾਡਾ ਸਟਾਈਲ, ਤੁਹਾਡਾ ਖਲੋਣਾ, ਤੁਸੀਂ ਮੁਤਹਿਦ ਨਹੀਂ ਹੁੰਦੇ, ਕੱਲਾ ਕੱਲਾ ਹੁੰਦਾ ਤੇ 2 11 ਹੁੰਦੇ, ਤੇ 3 ਹੋ ਜਾਣ ਤੇ ਕਹਿੰਦੇ ਨੇ 111 ਹੁੰਦੇ ਨੇ। ਤੇ ਇਸ ਲਈ ਅਸੀਂ ਇਸ ਜਜ਼ਬੇ ਨੂੰ ਲੈ ਕੇ ਚੱਲੇ ਹਾਂ ਕਿ ਇਹਨਾਂ ਨੂੰ ਮੁਤਹਿਦ ਕਰੀਏ, ਔਰ ਅਸੀਂ ਇਹਦਾ ਹਿੱਸਾ ਵੀ ਨਹੀਂ ਹੋਵਾਂਗੇ। ਅਸੀਂ ਸੌਰੀ ਟੂ ਕੱਟ ਯੂ, ਮੈਂ ਸਮਝਦਾ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਇੱਕ ਜਗ੍ਹਾ ਤੇ ਇਕੱਠੇ ਕੀਤੀ ਜਾਏਗੀ ਤੇ ਇਕੱਠੇ ਕੀਤੇ ਜਾਣਗੇ ਔਰ ਇੱਕ ਨੈਸ਼ਨਲ ਕਾਜ਼ ਦੇ ਉੱਤੇ ਗੱਲ ਕਰਨਗੇ, ਫਲਾਂ ਹੋਏਗਾ ਫਲਾਂ ਹੋਏਗਾ, ਸੁਪਨਾ ਤੇ ਬਹੁਤ ਅੱਛਾ ਹੈ, ਪਰ ਇਹਦੇ ਨਾਲ ਜਿਹੜੀਆਂ ਸਾਡੀਆਂ ਸਿਆਸੀ ਜਥੇ ਨੇ, ਪਾਰਟੀਆਂ ਨੇ ਜਿਹੜੀਆਂ, ਉਹਨਾਂ ਦਾ ਜਿਹੜਾ ਆਪਣਾ ਤਸ਼ੱਖਸ ਹੈ, ਜਿਹੜੀ ਉਹਨਾਂ ਦੀ ਆਪਣੀ ਪਛਾਣ ਹੈ, ਉਹ ਮੁੱਕ ਨਾ ਜਾਏਗੀ? ਨਹੀਂ, ਬਿਲਕੁਲ ਨਹੀਂ ਮੁੱਕੇਗੀ, ਬਿਲਕੁਲ ਨਹੀਂ ਮੁੱਕੇਗੀ, ਕਿਉਂਕਿ ਉਹ ਆਪਣੇ ਇਲਾਕੇ 'ਚ, ਆਪਣੀ ਜੁਰਿਡਿਕਸ਼ਨ ਦੇ ਵਿੱਚ ਉਹ ਆਪਣਾ ਕੰਮ ਉਸੇ ਤਰੀਕੇ ਨਾਲ ਕਰਨ ਜਿਸ ਤਰ੍ਹਾਂ ਉਹ ਕਰ ਰਹੇ ਨੇ। ਨੋ ਨੋਟ, ਉਹਨੂੰ ਨਹੀਂ ਰੋਕ ਰਹੇ ਸੀ, ਨਾ 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 ਨਾ। ਅਸੀਂ ਕਹਿ ਰਹੇ ਹਾਂ ਕਿ ਉਹ ਜਿਹੜਾ ਉਹਦੀ ਦੂਜੇ ਸ਼ਹਿਰ ਦੇ ਵਿੱਚ ਜਾਂ ਦੂਜੇ ਸੂਬੇ 'ਚ ਇੱਕ ਹੋਰ ਪਾਰਟੀ ਮੈਂਬਰ ਹੈ, ਉਹਦੇ ਨਾਲ ਉਹਦਾ ਖਿਆਲ ਮਿਲ ਜਾਏ ਥੋੜੀ ਦੇਰ ਲਈ, ਤਾਂ ਕਿ ਜਿਹੜੇ ਨੈਸ਼ਨਲ ਇਸ਼ੂਜ਼ ਦੇ ਉੱਤੇ ਉਹ ਕਮ ਅਜ਼ ਕਮ ਇਕੱਠੇ, ਕੋਈ ਸਟ੍ਰਾਈਕ ਕਰਨੀ ਹੈ, ਕੋਈ ਹੜਤਾਲ ਕਰਨੀ ਹੈ, ਕੋਈ ਪ੍ਰੈਸ ਕਾਨਫਰੰਸ ਕਰਨੀ ਹੈ, ਕੋਈ ਮੌਕਫ ਬਿਆਨ ਕਰਨਾ ਹੈ, ਤੇ ਫਿਰ ਉਹ ਸਾਰੇ 4 ਸੂਬਿਆਂ ਦੇ ਵਿੱਚੋਂ ਇੱਕ ਆਵਾਜ਼ ਹੋ ਕੇ ਆਪਣੀ ਕਮਿਊਨਿਟੀ ਲਈ ਕੋਈ ਗੱਲ ਕਰ ਸਕਣ, ਔਰ ਗੌਰਮੈਂਟ ਤੇ ਇਹ ਅਸਰ ਅੰਦਾਜ਼ ਹੋ ਸਕਣ ਕਿ ਯੈਸ ਵੀ ਆਰ ਟੁਗੇਦਰ, ਔਰ ਅਸੀਂ ਇਸ ਜਗ੍ਹਾ ਤੇ ਅਸੀਂ ਆਪਣਾ ਹੱਕ ਲੈ ਕੇ ਹਟਾਂਗੇ, ਅਸੀਂ ਪਿੱਛੇ ਨਹੀਂ ਹਟਦੇ। ਅੱਛਾ, ਮੈਨੂੰ ਜਿਹੜੀ ਤੁਹਾਡੀ ਸਾਰੀ ਗੁਫ਼ਤਗੂ ਤੋਂ, ਤੁਹਾਡੀ ਗੱਲਬਾਤ ਤੋਂ, ਮੇਰੀ ਸਭ ਦੀ ਗੱਲਬਾਤ ਤੋਂ ਲੱਗਾ ਕਿ ਵੀ ਮਤਲਬ ਤੁਸੀਂ ਇੱਕ ਜਿਹੜਾ ਇੱਕ ਮਸੀਹਾਂ ਦਾ ਇੱਕ ਜ਼ਿੰਦਾ ਜੱਥਾ ਹੈ ਜਿਹੜਾ ਪਾਕਿਸਤਾਨ ਦੇ ਵਿੱਚ, ਜਿਹੜੇ ਚੱਲਦੇ ਫਿਰਦੇ ਲੋਕ ਨੇ, ਉਹਨਾਂ ਨੂੰ ਕੌਮ ਬਣਾਉਣ ਵੱਲ ਤੁਰੇ ਹੋ, ਇੱਕ ਕੌਮ ਬਣਾਉਣ ਵੱਲ। ਦੇਖੋ, ਅਸੀਂ ਮੋਹਬ ਆ, ਇੱਕ ਹਜੂਮ ਆ ਜਿਹਨੂੰ ਤੁਸੀਂ ਕੌਮ ਬਣਾ ਲਓ। ਅੱਛਾ, ਇਹ ਬਹੁਤ ਅੱਛਾ ਮਤਲਬ ਖਿਆਲ ਹੈ, ਮੇਰੇ ਖਿਆਲ 'ਚ ਬਹੁਤ ਅੱਛਾ ਹੈ। ਲੇਕਿਨ ਜਿਹੜਾ ਤੁਸੀਂ ਯਾਨੀ ਏਡਾ ਵੱਡਾ ਕੰਮ ਕਰਦੇ ਪਏ ਹੋ, ਇਹਦੇ ਵਾਸਤੇ ਤੇ ਦੜਿਆਂ ਦੇ ਹਿਸਾਬ ਨਾਲ, ਟਰੱਕਾਂ ਦੇ ਹਿਸਾਬ ਨਾਲ ਨੋਟ ਚਾਹੀਦੇ ਨੇ, ਪੈਸੇ ਚਾਹੀਦੇ ਨੇ, ਫੰਡਿੰਗ ਚਾਹੀਦੀ ਹੈ, ਕਿਸ ਤਰ੍ਹਾਂ ਇਕੱਠੀ ਕਰੋਗੇ? ਮੈਂ ਸਭ ਜ਼ਰਾ ਤੁਸੀਂ ਵੀ ਦੱਸਿਓ ਜੇ, ਸਲੀਮ ਸਾਹਿਬ ਤੁਸੀਂ ਵੀ ਦੱਸਿਆ ਜੇ, ਔਰ ਐਂਡ ਤੇ ਮੈਂ ਕੈਸਰ ਸਾਹਿਬ ਕੋਲ ਪੁੱਛਾਂਗਾ। ਅੱਛਾ, ਇਹਦੇ ਲਈ ਸਿਰਫ ਨੋਟ ਨਹੀਂ ਚਾਹੀਦੇ, ਜਿਸ ਤਰ੍ਹਾਂ ਕਿ ਪਹਿਲੇ ਲੋਕਾਂ ਦਾ ਖਿਆਲ ਹੈ ਕਿ ਜਿਹਦੇ ਲਈ ਦੜਿਆਂ ਦੇ ਹਿਸਾਬ ਤੇ ਨੋਟ ਚਾਹੀਦੇ ਨੇ, ਇਹਦੇ ਲਈ ਸਿਰਫ ਨੋਟ ਨਹੀਂ ਚਾਹੀਦੇ। ਅਸਲ 'ਚ ਜਿਹੜੀ ਚੀਜ਼ ਇਹਦੇ ਲਈ ਚਾਹੀਦੀ ਹੈ ਉਹ ਤਾਂ ਅਸੀਂ ਕਰ ਹੀ ਨਹੀਂ ਰਹੇ। ਇਹਦੇ 'ਚ ਸਭ ਤੋਂ ਪਹਿਲੇ ਤਾਂ ਯੂਨਿਟੀ ਚਾਹੀਦੀ ਹੈ, ਤੇ ਨਾਲੇ ਅਸੀਂ ਆਪਣੀ ਜ਼ਾਤੀਆਤ ਨੂੰ ਇਹਦੇ 'ਚ ਜ਼ਰਾ ਕੱਢਣਾ ਹੈ। ਪਹਿਲੇ ਵੀ ਜਿਹੜੀਆਂ ਸਾਡੀਆਂ ਪੋਲੀਟੀਕਲ ਪਾਰਟੀਆਂ ਨਾਲ ਵੀ ਮਸਲਾ ਹੋ ਰਿਹਾ, ਉਹ ਸਿਰਫ ਇਹ ਹੀ ਮਸਲਾ ਹੋ ਰਿਹਾ ਹੈ ਕਿ ਉਹ ਆਪਣੀ ਜ਼ਾਤੀਆਤ ਨੂੰ ਅੱਗੇ ਰੱਖ ਲੈਂਦੇ ਨੇ, ਉਹ ਕੌਮ ਵਾਲੇ ਜਾਂ ਉਸ ਵਾਲੇ ਖਾਤੇ 'ਚ ਨਹੀਂ ਜਾਂਦੇ। ਵੀ ਜਿੱਥੇ ਵੀ ਲੋਕਾਂ ਦੇ, ਅਗਰ ਫਰਜ਼ ਕਰੇ ਮੇਰੀ ਜ਼ਾਤੀਆਤ ਦਾ ਕੋਈ ਮਸਲਾ ਹੈ, ਤਾਂ ਸ਼ਾਇਦ ਮੈਨੂੰ ਓਬਲਾਈਜ ਕਰ ਦੇਣ ਕਿਸੇ ਤਰ੍ਹਾਂ, ਜਾਂ ਮੈਨੂੰ ਕਿਸੇ ਤਰੀਕੇ ਨਾਲ ਜਿਹੜਾ ਹੈ ਵੀ ਉਹ ਅਹਿਸਾਨਮੰਦ ਕਰ ਦਿੱਤਾ ਜਾਏ, ਤੇ ਮੈਂ ਅਹਿਸਾਨਮੰਦ ਹੋ ਕੇ ਤੇ ਮੈਂ ਜ਼ਾਹਿਰ ਹੈ ਜਿਹੜੀ ਅਸਲ ਕਹਿਣ ਵਾਲੀ ਗੱਲ ਹੈ ਉਹ ਮੈਂ ਫਿਰ ਨਹੀਂ ਕਹਿ ਸਕਾਂਗਾ। ਤੇ ਪਹਿਲੇ ਵੀ ਸਾਡੇ ਨਾਲ ਇਹੀ ਪ੍ਰੋਬਲਮ ਹੋ ਰਿਹਾ, ਤੇ ਅਸੀਂ ਸਾਡੀ ਜਿਹੜੀ ਪੋਲੀਟੀਕਲ ਪਾਰਟੀਜ਼ ਨੂੰ ਵੀ ਰਿਕੁਐਸਟ ਹੋਵੇ ਦੀ ਉਹ ਇਹੀ ਹੈ ਕਿ ਜੀ ਅਸੀਂ ਇਹ ਆਪਣੀ ਕੌਮ ਨੂੰ ਫਕੀਰਾਂ ਜਾਂ ਮੰਗਣ ਵਾਲਿਆਂ ਤੋਂ ਹਟਾ ਕੇ, ਤੇ ਅਸੀਂ ਚਾਹੁੰਦੇ ਹਾਂ ਕਿ ਜੀ ਇਹ ਖੁਦ, ਕਿਉਂਕਿ ਮੰਗਣ ਵਾਲੇ ਦੀ ਆਪਣੀ ਕੋਈ ਮਰਜ਼ੀ ਨਹੀਂ ਹੁੰਦੀ, ਤੇ ਮੰਗਣ ਵਾਲਾ ਤਾਂ ਜਿਹੜਾ ਉਹਨੂੰ ਤਾਂ ਜ਼ਾਹਿਰ ਹੈ ਉਹ ਤਾਂ ਜਿਸ ਤਰ੍ਹਾਂ ਹੁੰਦੇ ਨੇ, ਮੰਗਣ ਵਾਲੇ ਦੇ ਕਾਸੇ ਦੇ ਵਿੱਚ ਤਾਂ ਜਿਹੜਾ ਕੁਛ ਕੁ ਪਾ ਦੇ ਤਾਂ ਉਹਨੇ ਚੁੱਪ ਕਰਕੇ ਲੈ ਲੈਣਾ। ਤੇ ਇਸ ਵਾਸਤੇ ਉਹਦੀ ਆਪਣੀ ਕੋਈ ਮਰਜ਼ੀ ਨਹੀਂ ਹੁੰਦੀ,
ਤੇ ਅਸੀਂ ਇਹ ਤਾਂ ਚਾਹੁੰਦੇ ਹਾਂ ਕਿ ਜੇ ਅਸੀਂ ਮੰਗਣ ਵਾਲੇ ਨਾ ਰਹੀਏ, ਅਸੀਂ ਦੇਣ ਵਾਲੇ ਬਣ ਜਾਈਏ, ਕਿਉਂਕਿ ਦੇਣ ਵਾਲਾ ਹੱਥ ਜਿਹੜਾ ਹੈ ਉਹ ਮੰਗਣ ਵਾਲੇ ਹੱਥ ਨਾਲੋਂ ਜ਼ਿਆਦਾ ਬਿਹਤਰ ਹੱਥ ਹੈ। ਔਰ ਖੁਦਾ ਵੀ ਇਹ ਆਂਦਾ ਕਿ ਜੀ ਤੁਸੀਂ ਜਿਹੜਾ ਨਾ ਵੀ ਉਹ ਤੁਸੀਂ ਦੇਣ ਵਾਲੇ ਬਣੋ, ਮੰਗਣ ਵਾਲੇ ਨਾ ਰਹੋ। ਤੇ ਅੱਜ ਤੱਕ ਸਾਡੀ ਕੌਮ ਦਾ ਅਸਲ 'ਚ ਮਸਲਾ ਇਹ ਰਿਹਾ ਹੈ ਕਿ ਅਸੀਂ ਇਹਨਾਂ ਨੂੰ ਮੰਗਣ ਵਾਲੇ ਬਣਾਇਆ ਹੈ। ਹਰ ਕਿਸੇ ਨੇ ਜਿਹਨੇ ਕੀਤਾ ਇਹਨੂੰ ਉਹਨੇ ਮੰਗਣ ਵਾਲੇ ਬਣਾਇਆ, ਤੇ ਇਹਨਾਂ ਨੂੰ ਉਹਨਾਂ ਨੇ ਇਹ ਨਹੀਂ ਆਖਿਆ ਕਿ ਤੁਸੀਂ ਆਪੇ ਵੀ ਇਹਨਾਂ ਨੂੰ ਸ਼ਿਕਾਰ ਕਰਨਾ ਸਿਖਾਵਣ ਜਾਂ ਵੀ ਇਹਨਾਂ ਨੂੰ ਕੋਈ ਕੰਮ ਕਰਨਾ ਸਿਖਾਵਣ ਕਿ ਜੀ ਆਪੇ ਇਹ ਜਿਹੜਾ ਨੇ ਸ਼ਿਕਾਰੀ ਬਣ ਜਾਣ ਤੇ ਆਪੇ ਇਹ ਕੰਮ ਕਰਕੇ ਤੇ ਇਹ ਆਖਣ ਕਿ ਨਹੀਂ ਜੀ ਅਸੀਂ ਦੇਣਾ ਹੈ, ਅਸੀਂ ਲੈਣਾ ਨਹੀਂ। ਤੇ ਅਸਲ ਸਾਡੇ ਨਾਲ ਇਹ ਪ੍ਰੋਬਲਮ ਹੋ ਰਿਹਾ। ਤੇ ਇਸ ਵਾਸਤੇ ਇਹਦੇ ਲਈ ਕੋਈ ਪੈਸਿਆਂ ਦੀ ਸਿਰਫ ਲੋੜ ਨਹੀਂ ਹੈਗੀ, ਸਾਨੂੰ ਇੱਕ ਜਿਹੜੀ ਹੈ ਨਾ ਵੀ ਇੱਕ ਵਿਜ਼ਨ ਚਾਹੀਦਾ ਹੈ ਤੇ ਇੱਕ ਅੰਡਰਸਟੈਂਡਿੰਗ ਚਾਹੀਦੀ। ਤੇ ਅਗਰ ਉਹ ਮਿਲ ਜਾਂਦੀ ਹੈ ਜਾਂ ਉਹ ਹੋ ਜਾਂਦੀ ਹੈ ਤੇ ਫਿਰ ਮੇਰੇ ਖਿਆਲ 'ਚ ਸਿਰਫ ਪੈਸਿਆਂ ਦੀ ਲੋੜ ਨਹੀਂ। ਪੈਸੇ ਬਾਕੀ ਖੁਦਾ ਜਿਹੜਾ ਪੈਸਿਆਂ ਦਾ ਵੀ ਇੰਤਜ਼ਾਮ ਕਰਦਾ ਹੈ। ਜਦੋਂ ਜਿੰਨੇ ਕੁ ਤੁਹਾਨੂੰ ਪੈਸੇ ਚਾਹੀਦੇ ਹੁੰਦੇ ਨੇ, ਜਿਹੜੇ ਕੰਮ ਲਈ ਚਾਹੀਦੇ ਹੁੰਦੇ ਨੇ, ਤਾਂ ਅੱਜ ਤੱਕ ਇਹ ਜਿਹਾ ਕੋਈ ਕੰਮ ਨਹੀਂ ਜਿਹਨੂੰ ਤੁਸੀਂ ਕਰਨਾ ਚਾਹੁੰਦੇ ਹੋ ਤੇ ਖੁਦਾ ਤੁਹਾਡੀ ਉਹਦੇ 'ਚ ਮਦਦ ਨਾ ਕਰੇ। ਕੰਮ ਹੋ ਜਾਂਦਾ ਹੈ, ਉਹਦੇ ਲਈ ਪੈਸਿਆਂ ਦਾ ਅਰੇਂਜ ਵੀ ਹੋ ਜਾਂਦਾ ਹੈ, ਉਹਦੇ ਲਈ ਬਾਕੀ ਸਾਰੀਆਂ ਚੀਜ਼ਾਂ ਦਾ ਇੰਤਜ਼ਾਮ ਵੀ ਹੋ ਜਾਂਦਾ ਹੈ। ਤੇ ਇਸ ਵਾਸਤੇ ਸਿਰਫ ਪੈਸਿਆਂ ਦੀ ਕੋਈ ਪਰੇਸ਼ਾਨੀ ਨਹੀਂ। ਜਿਹੜਾ ਅਸਲੀ ਕੰਮ ਹੈ, ਲੋਕਾਂ ਦੇ ਕਰਨ ਵਾਲਾ ਕੰਮ ਹੈ, ਉਹ ਪੈਸਿਆਂ ਵਾਲਾ ਨਹੀਂ। ਉਹ ਇਹ ਹੈ ਕਿ ਜੀ ਇਹ ਇਸ ਕੌਮ ਦੇ ਵਿੱਚ ਯੂਨਿਟੀ ਪੈਦਾ ਕਰਨ ਤੇ ਨਾਲੇ ਇਸ ਕੌਮ ਦਾ ਦਰਦ ਆਪਣੇ ਦਿਲ 'ਚ ਰੱਖਣ ਤੇ ਕੌਮ ਲਈ ਕੰਮ ਕਰਨ, ਆਪਣੀ ਜ਼ਾਤੀਆਤ ਲਈ ਤੇ ਆਪਣੇ ਖਾਨਦਾਨਾਂ ਲਈ ਤੇ ਆਪਣੇ ਉਹਦੇ ਲਈ ਨਾ ਕੰਮ ਕਰਨ। ਨਾਜ਼ਰੀਨ, ਤੁਸੀਂ ਅੱਜ PCCI ਦੇ ਜਿਹੜੇ ਨੁਮਾਇੰਦਾ ਤਨਜ਼ੀਮ ਦੇ ਨੁਮਾਇੰਦਗਾਨ ਸਨ, ਤੁਸੀਂ ਉਹਨਾਂ ਦੀ ਗੱਲਬਾਤ ਸੁਣੀ ਹੈ। ਉਹ ਗੱਲਬਾਤ ਜਿਹੜੀ ਹੈ ਬੜੀ ਹੌਸਲੇ ਵਾਲੀ ਹੈ, ਬੜੀ ਖੁਸ਼ਾਇੰਦ ਹੈ। ਔਰ ਮੈਂ ਸਮਝਦਾ ਹਾਂ ਬਈ ਇਹ ਇੱਕ ਐਸਾ ਖੁਸ਼ਖਬਰੀ ਹੈ, ਐਸੀ ਇੱਕ ਨਵੀਂ ਗੱਲਬਾਤ ਹੈ ਜਿਹੜੀ ਕੌਮ ਦੇ ਇਕੱਠ ਦੇ ਮੁਤਲਕ ਹੈ ਔਰ ਆਪਣੀ ਜ਼ਾਤ ਦੀ ਨਫੀ ਦੇ ਬਾਰੇ ਹੈ। ਕਿਉਂ ਜੋ ਉਹਨਾਂ ਨੇ ਦੱਸਿਆ ਵੀ PCCI ਨਾ ਤਾਂ ਕੋਈ ਪੋਲੀਟੀਕਲ ਪਾਰਟੀ ਹੈ, ਨਾ ਕੋਈ NGO ਹੈ, ਨਾ ਕੁਛ ਹੋਰ ਹੈ। ਔਰ ਫਿਰ ਦੂਸਰੀ ਗੱਲ ਇਹ ਉਹਨਾਂ ਨੇ ਦੱਸਿਆ ਵੀ ਅਸੀਂ MPA ਬਣਨ ਦੇ ਚਾਅ 'ਚ ਨਹੀਂ ਆਏ ਹਾਂ, ਬਲਕਿ ਸਗੋਂ ਇਸ ਕਰਕੇ ਆਏ ਹਾਂ ਤਾਂ ਕਿ ਹਰ ਇੱਕ ਬੰਦਾ ਜਿਹੜਾ ਮਸੀਹੀ ਕੌਮ ਦਾ ਹੈ ਉਹ ਆਪਣੀ ਜ਼ਾਤੀ ਸ਼ਨਾਖਤ ਦੇ ਨਾਲ ਨਾਲ ਆਪਣੀ ਕੌਮੀ ਸ਼ਨਾਖਤ ਹਾਸਲ ਕਰੇ, ਤਾਂ ਜੋ ਇਸ ਮੁਲਕ ਦੇ ਵਿੱਚ ਰਹਿੰਦਿਆਂ ਹੋਇਆ ਅਸੀਂ ਜਿਹੜਾ ਹੈ ਆਪਣੇ ਆਪ ਨੂੰ ਜਿਹੜਾ ਹੈ ਉਹ ਦੱਸ ਸਕੀਏ ਕਿ ਅਸੀਂ ਇਸ ਮੁਲਕ 'ਚ ਰਹਿਣ ਵਾਲੇ ਕੋਈ ਮਤਲਬ ਭਿਖਾਰੀ ਨਹੀਂ, ਬਲਕਿ ਇਸ ਮੁਲਕ ਦੇ ਅਸੀਂ ਹਿੱਸੇਦਾਰ ਹਾਂ। ਗੱਲ ਇੰਝ ਹੈ ਬਈ ਜਿਹੜੀਆਂ ਅੱਖਾਂ ਸੁਪਨੇ ਵੇਖਦੀਆਂ ਨੇ ਉਹਨਾਂ ਦੇ ਪੈਰ ਹੀ ਮੰਜ਼ਿਲ ਵੇਖਦੇ ਨੇ। ਅਸੀਂ ਜਾਣਦੇ ਹਾਂ ਕਿ ਇਹ ਮੁਲਕ ਜਿਹੜਾ ਹੈ ਇਹ ਸਾਡਾ ਹੈ, ਪਰ ਅਸੀਂ ਆਪਣੀ ਸ਼ਨਾਖਤ ਜਿਹੜੀ ਹੈ ਹੌਲੀ 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 ਆਪ ਹੀ ਗਵਾਈ ਹੈ ਔਰ ਇਹਨੂੰ ਹਾਸਲ ਵੀ ਸੀ ਆਪ ਹੀ ਕਰਨਾ ਹੈ। ਜਦੋਂ ਤੱਕ ਇਸ ਤਰ੍ਹਾਂ ਦੇ ਜਿਹੜੇ ਜੀ ਨੇ ਔਰ ਇਸ ਤਰ੍ਹਾਂ ਦਾ ਖਿਆਲ ਰੱਖਣ ਵਾਲੇ ਲੋਕ ਨੇ, ਜਿਸ ਤਰ੍ਹਾਂ ਸਾਡੇ ਕੋਲ ਸਟੀਫਨ ਸਾਹਿਬ ਨੇ, ਜਿਸ ਤਰ੍ਹਾਂ ਸਾਡੇ ਕੋਲ ਕੈਸਰ ਸਾਹਿਬ ਨੇ, ਜਿਸ ਤਰ੍ਹਾਂ ਸਾਡੇ ਕੋਲ ਸਲੀਮ ਸਾਹਿਬ ਨੇ, ਜਿਸ ਤਰ੍ਹਾਂ ਮੇਜਰ ਮਕਬੂਲ ਔਰ ਇਹਨਾਂ ਦੇ ਸਾਥੀ ਜਿਹੜੇ ਨੇ ਉਹ ਜਦੋਂ ਤੱਕ ਸਾਡੇ ਕੋਲ ਮੌਜੂਦ ਨੇ, ਮੈਂ ਇਹ ਆਸ ਰੱਖਦਾ ਹਾਂ, ਮੇਰੀ ਇਹ ਆਸ਼ਾ ਹੈ ਬਈ ਇਸ ਮੁਲਕ ਦੇ ਵਿੱਚ ਖਾਸ ਤੌਰ ਤੇ ਪਾਕਿਸਤਾਨੀ ਮਸੀਹੀ ਜਿਹੜੇ ਨੇ ਉਹ ਬਹੁਤ ਜਲਦੀ ਨਾ ਸਹੀ ਪਰ ਥੋੜੀ ਦੇਰ ਨਾਲ ਆਪਣਾ ਆਪ ਜਿਹੜਾ ਹੈ ਪਛਾਣ ਲੈਣਗੇ। ਤੇ ਜਦੋਂ ਬੰਦਾ ਆਪਣਾ ਪਛਾਣ ਲੈਂਦਾ ਹੈ ਉਹਨੂੰ ਕਿਸੇ ਹੋਰ ਨੂੰ ਪਛਾਣਨ ਦੀ ਲੋੜ ਨਹੀਂ ਰਹਿੰਦੀ, ਕਿਉਂ ਜੋ ਉਹ ਆਪਣੇ ਆਪ ਨੂੰ ਵੀ ਜਾਣ ਲੈਂਦਾ ਹੈ ਤੇ ਆਪਣੇ ਰੱਬ ਨੂੰ ਵੀ ਜਾਣ ਲੈਂਦਾ ਹੈ। ਮੈਂ ਆਖਰ ਤੇ ਦੱਸਣਾ ਚਾਹੁੰਦਾ ਹਾਂ ਕਿ ਕੌਮਾਂ ਸਦਾ ਹੀ ਜ਼ਿੰਦਾ ਰਹਿੰਦੀਆਂ ਜਿਹੜੀਆਂ ਰਹਿੰਦੀਆਂ ਜੁੜ ਕੇ, ਕੌਮਾਂ ਸਦਾ ਹੀ ਜਿਉਂਦੀਆਂ ਰਹਿੰਦੀਆਂ ਜਿਹੜੀਆਂ ਰਹਿੰਦੀਆਂ ਜੁੜ ਕੇ, ਤੇ ਫਤਹ ਹਮੇਸ਼ਾ ਮਿਲਦੀ ਰਹਿੰਦੀ ਵਿੰਦੇ ਕਦੀ ਨਾ ਮੁੜ ਕੇ। ਜਾਗ ਮਸੀਹੀ ਇਕੱਠਾ ਹੋ ਕੇ ਪਾਲਾ ਆਪਣੀ ਮੰਜ਼ਿਲ, ਜਾਗ ਮਸੀਹੀ ਇਕੱਠਾ ਹੋ ਕੇ ਪਾਲਾ ਆਪਣੀ ਮੰਜ਼ਿਲ, ਤਾਂ ਕਿ ਫਿਰ ਨਾ ਰੋਂਦਾ ਰਹਿ ਜਾਏ ਜੁੱਲੀ ਕੁੱਲੀ ਰੁੜ ਕੇ। ਤੇ ਅੱਜ ਦੀ ਗੱਲ ਨੂੰ ਇੱਥੇ ਮੁਕਾਉਂਦੇ ਹਾਂ। ਰੱਬ ਰੱਖਾ।